हेलो एवरीवन एंड वेलकम बैक टू लर्निंग पीक चैनल। आज का जो टॉपिक है ਉਹਦਾ नाम है इंडियन काउंसिल एक्ट 1919 यानी कि भारतीय काउंसिल एक्ट 1919। ਆਪਾਂ कर रहे हैं ਲੈਕਚਰ नंबर 8 ऑन इंडियन पॉलिटी ਤੇ ਜਿਹੜਾ टॉपिक ਆਪਾਂ कवर कर रहे हैं वो है हिस्टोरिकल बैकग्राउंड ऑफ इंडियन पॉलिटी यानी कि ਭਾਰਤੀ ਰਾਜਨੀਤੀ ਦੇ ਇਤਿਹਾਸਿਕ ਪਿਛੋਕੜ। ਕੁਇਕਲੀ ਆਪਾਂ ਲਾਸਟ ਲੈਕਚਰ ਨੂੰ ਰਿਵਾਈਜ਼ ਕਰਦੇ ਹਾਂ। लास्ट ਲੈਕਚਰ 'ਚ मैं ਤੁਹਾਨੂੰ ਦੱਸਿਆ ਸੀਗਾ कि सब तो पहला ਜਿਹੜਾ इलैक्शन वर्ड है वो इंट्रोड्यूस होया सी लैजिसलेटिव काउंसिल 'ਚ ਤੇ सैपरेट इलैक्टोरेट्स बने सी फॉर मुस्लिम्स ओनली। ਤੇ ਜਿਹੜਾ कॉमनल रिप्रजेंटेशन है 1947 ਦੀ ਜਿਹੜੀ डिवीजन ਦਾ ਕਾਰਨ ਬਣਿਆ ਉਹਦੀ ਨੀਂਹ ਰੱਖਤੀ ਸੀਗੀ 1919 ਦੇ ਕਾਨੂੰਨ ਨੇ। ਤੇ वन ऑफ द मेजर थिंग ਜਿਹੜੀ ਹੋਈ ਸੀ ਉਹ ਹੋਈ ਸੀ कि एग्जीक्यूटिव काउंसिल ਦੇ ਵਿੱਚ ਭਾਰਤੀਆਂ ਨੂੰ ਪਹਿਲੀ ਵਾਰ ਐਸੋਸੀਏਸ਼ਨ ਮਿਲ ਗਈ ਸੀ। ਪਹਿਲੀ ਵਾਰ ਭਾਰਤੀ एग्जीक्यूटिव काउंसिल ਦੇ ਮੈਂਬਰ ਬਣੇ ਸੀ। ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ 'ਚ ਕਿ ਉਹ ਕਿਹੜੇ ਭਾਰਤੀ ਸੀ ਜਿਹੜੇ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਕਾਉਂਸਲ ਦੇ ਮੈਂਬਰ ਬਣੇ ਸੀ ਤੇ ਉਹਨਾਂ ਨੂੰ ਕਿਸ ਜਗ੍ਹਾ ਤੇ ਅਪਾਇੰਟ ਕੀਤਾ ਗਿਆ ਸੀਗਾ। ਹੁਣ ਗੱਲ ਕਰਦੇ ਹਾਂ ਅੱਜ ਦੇ ਜਿਹੜਾ ਐਕਟ ਹੈ, ਅੱਜ ਦਾ ਜਿਹੜਾ ਕਾਨੂੰਨ ਹੈ ਉਹਦੇ ਬਾਰੇ। ਇਹ ਆਂਦਾ ਹੈ ਬ੍ਰਿਟਿਸ਼ रूल ਦੇ अंडर और इस कानून ने भी वन ऑफ द मोस्ट इंपॉर्टेंट चेंजिस लैके आए सी इंडियन पॉलिटी ਦੇ ਵਿੱਚ ਜਿਹਦਾ डायरैक्ट असर ਭਾਰਤ ਦੀ ਰਾਜਨੀਤੀ ਤੇ ਪਿਆ ਤੇ ਇਨਡਾਇਰੈਕਟ ਭਾਰਤ ਦੀ ਇਤਿਹਾਸ ਤੇ ਪਿਆ। ਚਲੋ ਸ਼ੁਰੂ ਕਰਦੇ ਹਾਂ। ਹੁਣ ਦੇਖੋ ਇੰਡੀਅਨ ਕਾਉਂਸਲ ਐਕਟ 1919 ਨੂੰ ਆਪਾਂ ਇੱਕ ਹੋਰ ਬੜੇ ਫੇਮਸ ਨਾਮ ਤੋਂ ਜਾਣਦੇ ਹਾਂ, ਮੌਂਟੇਗ ਚੈਮਸਫੋਰਡ ਐਕਟ। ਠੀਕ ਹੈ। और इस ਜਿਹੜੇ ਮੌਂਟੇਗ ਨੇ ਇਹ ਤੁਹਾਨੂੰ ਮੈਂ ਲਰਨ ਕਰਨ ਦਾ ਇੱਕ ਤਰੀਕਾ ਦੱਸ ਦਿੰਦੀ ਹਾਂ। ਇਹ ਨੇ ਸੈਕਟਰੀ ਆਫ ਸਟੇਟ। ਜਿਹੜੇ ਵੀ ਰਿਫਾਰਮਸ ਆ ਰਹੇ ਨੇ, ਜਿਹੜੇ ਐਕਟ ਆ ਰਹੇ ਨੇ, ਉਸ 'ਚ ਇੱਕ ਬੰਦਾ ਹੋਊਗਾ ਸੈਕਟਰੀ ਆਫ ਸਟੇਟ, ਦੂਸਰਾ ਹੋਊਗਾ ਵੋਇਸ ਰॉय। ਤੇ ਜਿਹੜਾ ਪਹਿਲਾ ਹੁੰਦਾ ਨਾ, ਚਾਹੇ ਤੁਸੀਂ ਲਗਾ ਲਓ ਮੌਰਲੇ ਮਿੰਟੋ ਰਿਫਾਰਮ, ਉਸ 'ਚ ਮੌਰਲੇ ਸੀ ਜਿਹੜੇ ਉਹ ਸੀਗੇ ਸੈਕਟਰੀ ਆਫ ਸਟੇਟ। ਔਰ ਹੁਣ ਜਿਹੜਾ ਆਪਾਂ ਮੌਂਟੇਗ ਚੈਮਸਫੋਰਡ ਰਿਫਾਰਮ ਕਰ ਰਹੇ ਹਾਂ, ਇਸ 'ਚ ਜਿਹੜੇ ਮੌਂਟੇਗ ਨੇ ਇਹ ਨੇ ਸੈਕਟਰੀ ਆਫ ਸਟੇਟ ਔਰ ਚੈਮਫੋਰਡ ਨੇ ਉਹ ਨੇ ਵੋਇਸ ਰॉय। ਹੁਣ ਦੇਖਦੇ ਹਾਂ ਆਪਾਂ ਕੀ ਮੇਜਰ ਚੇਂਜਿਸ ਆ ਰਹੀਆਂ ਸੀਗੀਆਂ 1919 ਦੇ ਕਾਨੂੰਨ ਰਾਹੀਂ। ਪਹਿਲਾ ਜਿਹੜਾ ਹੈ ਰਿਸਪੌਂਸਿਬਲ ਗਵਰਨਮੈਂਟ ਵਾਜ਼ ਇੰਟਰੋਡਿਊਸ ਫॉर द फर्स्ट टाइम। ਰਿਸਪੌਂਸਿਬਲ ਗਵਰਨਮੈਂਟ ਦਾ ਉਰੇ ਮਤਲਬ ਹੈ ਕਿ ਜਿੰਨੇ ਵੀ ਮਨਿਸਟਰਸ ਨੇ ਉਹ ਕਿਸੇ ਪਰਟੀਕੂਲਰ ਬੰਦੇ ਨੂੰ ਹੁਣ ਰਿਸਪੌਂਸਿਬਲ ਸੀਗੇ, ਉਹ ਆਨਸਰੇਬਲ ਸੀਗੇ, ਉਹਨਾਂ ਨੂੰ ਜਵਾਬਦੇਹੀ ਕਰਨੀ ਪੈ ਰਹੀ ਸੀ ਕਿਸੇ ਇੱਕ ਪਰਟੀਕੂਲਰ ਬੰਦੇ ਨੂੰ ਜਿਹੜਾ ਅਪਾਇੰਟ ਕੀਤਾ ਗਿਆ ਸੀ। ਠੀਕ ਹੈ। ਫਿਰ ਦੂਸਰੀ ਗੱਲ ਕੀ ਹੋਈ, ਆਫਿਸ ਆਫ ਹਾਈ ਕਮਿਸ਼ਨ ਆਫ ਇੰਡੀਆ was created in London। ਹੁਣ ਇੱਕ ਹੋਰ ਨਵੀਂ ਪੋਸਟ ਇੰਟਰੋਡਿਊਸ ਕਰਤੀ ਹਾਈ ਕਮਿਸ਼ਨਰ ਦੀ, ਇੰਡੀਆ ਦੇ ਹਾਈ ਕਮਿਸ਼ਨ ਦੀ। ਉਹਦਾ ਆਫਿਸ ਉਹਨਾਂ ਨੇ ਲੰਡਨ 'ਚ ਬਣਾਤਾ। ਜ਼ਿਆਦਾ ਰੋਲ ਨਹੀਂ ਸੀ, ਇਸ ਲਈ ਕਨਫਿਊਜ਼ ਹੋਣ ਦੀ ਲੋੜ ਨਹੀਂ। ਹੁਣ ਤੱਕ ਮੈਂ ਤੁਹਾਨੂੰ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਵੋਇਸ ਰॉय ਹੈ। ਵੋਇਸ ਰॉय ਕਿਹਦਾ ਰਿਪਰੈਜ਼ੈਂਟੇਟਿਵ ਹੈ? ਕਰਾਊਨ ਦਾ। ਦੂਸਰਾ ਹੈ ਸੈਕਟਰੀ ਆਫ ਸਟੇਟ ਜਿਹੜਾ ਕਿ ਰਿਪਰੈਜ਼ੈਂਟੇਟਿਵ ਹੈ ਯੂਕੇ ਦੀ ਪਾਰਲੀਮੈਂਟ ਦਾ। ਠੀਕ ਹੈ। ਯੂਕੇ ਮਤਲਬ ਇੰਗਲੈਂਡ, ਉੱਥੇ ਦੀ ਪਾਰਲੀਮੈਂਟ ਦਾ ਰਿਪਰੈਜ਼ੈਂਟੇਟਿਵ ਹੈ। ਤੇ ਜਿਹੜੀ ਪਾਰਲੀਮੈਂਟ ਹੈ ਉਹ ਕਰਾਊਨ ਨੂੰ ਅੱਗੇ ਜਾ ਕੇ ਰਿਪਰੈਜ਼ੈਂਟ ਕਰਦੀ ਹੈ। ਇਹ ਦੋ ਪੋਜੀਸ਼ਨਾਂ ਨਾਲ ਹੁਣ ਤੀਸਰੀ ਪੋਜੀਸ਼ਨ ਜਿਹੜੀ ਸੀ ਆਫਿਸ ਆਫ ਹਾਈ ਕਮਿਸ਼ਨਰ ਆਫ ਇੰਡੀਆ ਵੀ ਇੰਟਰੋਡਿਊਸ ਕਰਤੀ ਸੀ। ਲੰਡਨ ਦੇ ਵਿੱਚ ਉਹਦਾ ਹੈੱਡਕੁਆਰਟਰ ਸੀਗਾ, ਪਰ ਇਹਦਾ ਕੁਝ ਜ਼ਿਆਦਾ ਰੋਲ ਨਹੀਂ ਹੈ, ਇਸ ਲਈ ਤੁਹਾਨੂੰ ਜ਼ਿਆਦਾ ਇਹਦੇ ਬਾਰੇ ਪੜ੍ਹਨ ਦੀ ਲੋੜ ਨਹੀਂ। ਤੀਸਰੀ ਗੱਲ ਕੀ ਹੈ ਕਿ ਇੰਡੀਅਨ ਲੈਜਿਸਲੇਚਰ ਬਿਕਮ ਬਾਈ ਕੈਮਰਲ ਫॉर द फर्स्ट टाइम। ਹੁਣ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਬਾਈ ਕੈਮਰਲ ਦਾ ਕੀ ਮਤਲਬ ਹੈ? ਬਾਈ ਕੈਮਰਲ ਦਾ ਇਹ ਮਤਲਬ ਹੈ ਕਿ ਹੁਣ ਜਿਹੜੀ ਪਾਵਰ ਸੀ ਉਹ ਡਿਵਾਈਡ ਹੋ ਗਈਆਂ ਸੀਗੀਆਂ। ਠੀਕ ਹੈ। ਹੁਣ ਜਿਹੜਾ ਆਪਣਾ ਇੰਡੀਅਨ ਲੈਜਿਸਲੇਟਿਵ ਕਾਉਂਸਲ ਹੈ ਉਹਦੇ ਡਾਇਰੈਕਟ ਇਲੈਕਸ਼ਨਸ ਹੋਣਗੇ ਤੇ ਇੰਡੀਅਨ ਲੈਜਿਸਲੇਟਿਵ ਨੂੰ ਰਿਮੂਵ ਕਰਤਾ ਸੀ, ਰੀਪਲੇਸ ਕਰਤਾ ਸੀ। ਤੇ ਜਿਹੜੀ ਇੰਡੀਅਨ ਲੈਜਿਸਲੇਟਿਵ ਕਾਉਂਸਲ ਸੀ ਉਹਨੂੰ ਰਿਪਲੇਸ ਕਰਤਾ ਸੀ ਅਪਰ ਹਾਊਸ ਤੇ ਲੋਅਰ ਹਾਊਸ ਨੇ। ਹੁਣ ਦੇਖੋ ਤੁਸੀਂ ਕਿ ਜਿਹੜੀ ਇੰਡੀਅਨ ਲੈਜਿਸਲੇਟਿਵ ਕਾਉਂਸਲ ਸੀਗੀ ਉਹ ਹੁਣ ਹੌਲੀ ਹੌਲੀ ਭਾਰਤ ਆਜ਼ਾਦ ਭਾਰਤ ਦੀ ਜਿਹੜੀ ਪਾਰਲੀਮੈਂਟ ਹੈ ਆਪਣੀ ਉਹਦਾ ਰੂਪ ਲੈਣਾ ਸ਼ੁਰੂ ਕਰ ਚੁੱਕੀ ਸੀ। ਅੱਜ ਵੀ ਆਪਣੀ ਪਾਰਲੀਮੈਂਟ 'ਚ ਅਪਰ ਹਾਊਸ ਤੇ ਲੋਅਰ ਹਾਊਸ ਹੈ, ਜੋ ਕਿ ਕੌਨਸੈਪਟ ਜਿਹੜਾ ਹੈ ਉਹ ਇਹੀ ਲਾਜ਼ ਦੇ ਨਾਲ ਆਇਆ ਹੈ। ਠੀਕ ਹੈ। ਤੇ ਚਲੋ ਅੱਗੇ ਚੱਲਦੇ ਹਾਂ। ਕਮਿਊਨਲ ਰਿਪਰੈਜ਼ੈਂਟੇਸ਼ਨ ਐਕਸਟੈਂਡਡ ਟੂ 6 ਕ੍ਰਿਸਚਨਸ, ਐਂਗਲੋ ਇੰਡੀਅਨਸ ਐਂਡ ਮੁਸਲਿਮਸ। ਹੁਣ ਦੇਖੋ ਜਿਹੜਾ 1909 ਦਾ ਕਾਨੂੰਨ ਸੀਗਾ, 1909 ਦਾ ਕਾਨੂੰਨ ਸੀਗਾ, ਉਸ ਦੇ ਵਿੱਚ ਸਿਰਫ ਇਕੱਲੇ ਮੁਸਲਿਮ ਕਮਿਊਨਿਟੀ ਨੂੰ ਅਲੱਗ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ। ਠੀਕ ਹੈ। ਲੈਜਿਸਲੇਟਿਵ ਕਾਉਂਸਲ 'ਚ। ਪਰ ਹੁਣ ਸਿੱਖ ਕਮਿਊਨਿਟੀ ਨੂੰ ਵੀ ਮਿਲ ਗਈ ਸੀ, ਇੰਡੀਅਨ ਕ੍ਰਿਸਚੀਅਨ ਸੀਗੇ ਜਿਹੜੇ ਉਹਨਾਂ ਨੂੰ ਵੀ ਮਿਲ ਗਈ ਸੀ। ਤੇ ਐਂਗਲੋ ਇੰਡੀਅਨਸ ਕਿਆ ਹੁੰਦੇ ਨੇ ਕਿ ਜਿਨ੍ਹਾਂ ਦੇ ਮਦਰ ਔਰ ਫਾਦਰ 'ਚੋਂ ਕੋਈ ਇੱਕ
ਇੰਡੀਅਨ ਓਰੀਜਨ ਦਾ ਨਹੀਂ ਹੈ, ਠੀਕ ਹੈ, ਉਹਨਾਂ ਨੂੰ ਆਪਾਂ ਐਂਗਲੋ ਇੰਡੀਅਨਸ ਬੋਲਦੇ ਹਾਂ, ਉਹਨਾਂ ਨੂੰ ਵੀ ਅਲੱਗ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ। ਉਹਨਾਂ ਨੂੰ ਵੀ ਕਹਿਤਾ ਸੀਗਾ ਕਿ ਤੁਸੀਂ ਆਪਣੇ ਇਲੈਕਸ਼ਨਸ ਔਰ ਜਿਹੜੇ ਉਸ 'ਚ ਇਲੈਕਸ਼ਨ 'ਚ ਖੜ੍ਹਨ ਲਈ ਲੀਡਰ ਨੇ ਉਹ ਤੁਸੀਂ ਆਪਣੀ ਕਮਿਊਨਿਟੀ ਦੇ ਕਰ ਸਕਦੇ ਹੋ, ਅਤੇ ਜਿਹੜੇ ਵੋਟ ਪਾਉਣਗੇ ਉਹ ਵੀ ਤੁਹਾਡੀ ਕਮਿਊਨਿਟੀ ਦੇ ਹੀ ਹੋਣਗੇ। ਹੁਣ ਅਗਲਾ ਕੌਨਸੈਪਟ ਜਿਹੜਾ ਹੈ ਉਹ ਵਨ ਆਫ ਦਾ ਮੋਸਟ ਇੰਪੋਰਟੈਂਟ ਕੌਨਸੈਪਟ ਹੈ ਡਾਇਆਰਕੀ, ਠੀਕ ਹੈ। ਡਾਇਆਰਕੀ ਦਾ ਕੀ ਮਤਲਬ ਹੈ? ਡਾਇਆਰਕੀ ਜਿਹੜੀ ਸੀ ਉਹ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਪ੍ਰੋਵੀਐਂਸਿਸ 'ਚ ਇੰਟਰੋਡਿਊਸ ਕੀਤੀ ਸੀ। ਪ੍ਰੋਵੀਐਂਸਿਸ ਅੱਜ ਦੇ ਟਾਈਮ ਦੀਆਂ ਜਿਹੜੀਆਂ ਸਟੇਟ ਨੇ ਉਹ ਹੁੰਦੀਆਂ ਨੇ, ਠੀਕ ਹੈ। ਮੈਂ ਤੁਹਾਨੂੰ ਕੌਨਸੈਪਟ ਕਲੀਅਰ ਕਰਨ ਲਈ ਦੱਸਦਾ ਕਿ ਪ੍ਰੋਵੀਐਂਸਿਸ ਅੱਜ ਦੇ ਲੈਵਲ ਦੀਆਂ ਜਿਹੜੀਆਂ ਸਟੇਟਸ ਆਪਾਂ ਬਣਾਈਆਂ ਹੋਈਆਂ ਨੇ ਇੰਡੀਆ 'ਚ ਉਹਨਾਂ ਨੂੰ ਬੋਲਦੇ ਸੀਗੇ। ਹੁਣ ਪ੍ਰੋਵੀਐਂਸਿਸ ਦੇ ਵਿੱਚ ਦੋ ਸਬਜੈਕਟ ਸੀਗੇ, ਇੱਕ ਤਾਂ ਸੀਗਾ ਟਰਾਂਸਫਰਡ ਸਬਜੈਕਟ ਅਤੇ ਦੂਸਰਾ ਸੀਗਾ ਰਿਜ਼ਰਵਡ ਸਬਜੈਕਟ। ਹੁਣ ਰਿਸਪੋਂਸੀਬਲ ਗਵਰਨਮੈਂਟ ਕਿਵੇਂ ਫਾਰਮ ਹੋ ਰਹੀ ਸੀ ਕਿ ਜਿਹੜਾ ਟਰਾਂਸਫਰਡ ਸਬਜੈਕਟ ਸੀਗਾ ਉਹਨੂੰ ਉਸ ਟਾਈਮ 'ਤੇ ਜਿਹੜਾ ਉੱਥੇ ਦੇ ਗਵਰਨਰ ਔਰ CM ਦੇ ਲੈਵਲ ਦੇ ਪੋਜੀਸ਼ਨ ਦੇ ਲੋਕ ਸੀਗੇ, ਠੀਕ ਹੈ, ਉਹ ਦੇਖ ਰਹੇ ਸੀਗੇ ਵਿਦ ਰਿਸਪੋਂਸਿਬਿਲਿਟੀ ਆਫ ਮਿਨਿਸਟਰ ਵਿਦ ਏਡ ਆਫ ਮਿਨਿਸਟਰਸ, ਮਤਲਬ ਗਵਰਨਰ ਔਰ CM ਮਿਨਿਸਟਰਸ ਦੀ ਮਦਦ ਨਾਲ ਜਿਹੜੇ ਲਾਅ ਕਾਨੂੰਨ ਬਣਾ ਰਹੇ ਸੀ ਉਹ ਸਾਰੇ ਲੈਜਿਸਲੇਟਿਵ ਕਾਉਂਸਲਸ ਜਿਹੜੀ ਉਸ ਟਾਈਮ ਦੀ ਉੱਥੇ, ਜਿਹਨੂੰ ਆਪਾਂ ਅੱਜ ਵਿਧਾਨ ਸਭਾ ਮੰਨ ਲਓ, ਠੀਕ ਹੈ, ਉਹ ਉਹਨਾਂ ਨੂੰ ਰਿਸਪੋਂਸੀਬਲ ਸੀਗੇ ਜਦੋਂ ਉਹ ਬਣਾ ਰਹੇ ਸੀ। ਕੌਣ ਰਿਸਪੋਂਸੀਬਲ ਸੀ? ਗਵਰਨਰ ਵਿਦ ਦ ਏਡ ਆਫ ਮਿਨਿਸਟਰਸ। ਏਡ ਦਾ ਮਤਲਬ ਕੀ ਹੁੰਦਾ ਹੈ ਕਿ ਉਹ ਮਿਨਿਸਟਰ ਦੀ ਸਹਾਇਤਾ ਨਾਲ ਜਿਹੜਾ ਗਵਰਨਰ ਕੁਛ ਵੀ ਕਾਨੂੰਨ ਬਣਾ ਰਿਹਾ ਸੀਗਾ ਉਹ ਉੱਥੇ ਉਸ ਟਾਈਮ ਦੀ ਲੈਜਿਸਲੇਟਿਵ ਕਾਉਂਸਲ ਨੂੰ ਰਿਸਪੋਂਸੀਬਲ ਸੀਗਾ। ਦੂਸਰਾ ਜਿਹੜਾ ਰਿਜ਼ਰਵ ਸਬਜੈਕਟ ਨੇ ਉਹਦਾ ਕੀ ਮਤਲਬ ਹੈ ਕਿ ਗਵਰਨਰ ਜਿਹੜਾ ਹੈ ਉਹ ਐਗਜ਼ੀਕਿਊਟਿਵ ਕਾਉਂਸਲ ਦੀ ਜਿਹੜੇ ਮੈਂਬਰ ਨੇ ਉਹਨਾਂ ਨਾਲ ਮਿਲ ਕੇ ਜਿਹੜੇ ਕਾਨੂੰਨ ਬਣਾ ਰਿਹਾ ਸੀਗਾ, ਪਰ ਉਹ ਰਿਸਪੋਂਸੀਬਲ ਨਹੀਂ ਸੀਗਾ ਰਿਜ਼ਰਵਡ ਸਬਜੈਕਟ ਲਈ, ਉਹ ਸਿਰਫ ਟਰਾਂਸਫਰਡ ਸਬਜੈਕਟ ਲਈ ਰਿਸਪੋਂਸੀਬਲ ਸੀਗਾ। ਇਹ ਬਹੁਤ ਇੰਪੋਰਟੈਂਟ ਕੌਨਸੈਪਟ ਹੈ। ਅੱਗੇ ਚੱਲਦੇ ਹਾਂ। ਹੁਣ ਕੀ ਹੋਇਆ ਸੀਗਾ, ਜਿਹੜਾ 1919 ਦਾ ਕਾਨੂੰਨ ਸੀਗਾ ਇੰਡੀਅਨ ਕੌਂਸਲ ਐਕਟ, ਉਹਨੇ ਆਪਾਂ ਨੂੰ ਦਿੱਤਾ ਸੀਗਾ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ UPSC, ਠੀਕ ਹੈ। ਇਹ ਅਗਰ ਪੁੱਛਿਆ ਜਾਏ ਕਿ ਕਿਸ ਕਾਨੂੰਨ ਨਾਲ ਇੰਟਰੋਡਿਊਸ ਹੋਈ ਸੀ ਤਾਂ ਇਹ 1919 ਦੇ ਕਾਨੂੰਨ ਨਾਲ UPSC ਇੰਟਰੋਡਿਊਸ ਹੋਈ ਸੀ, ਠੀਕ ਹੈ। ਸਭ ਤੋਂ ਪਹਿਲਾਂ 1926 ਦੇ ਵਿੱਚ ਇਹਦਾ ਜਿਹੜਾ ਫਰੇਮਵਰਕ ਹੈ ਉਹ ਰੈਡੀ ਹੋਇਆ ਸੀਗਾ, ਪਰ ਕਾਨੂੰਨ 1919 ਦਾ ਸੀਗਾ। ਲਿਮਿਟਿਡ ਫਰੈਂਚਾਈਜ਼ੀ ਟੂ ਪ੍ਰੋਪਰਾਈਟਡ ਕਲਾਸ, ਮਤਲਬ ਜਿਹੜੇ ਵੋਟ ਪਾਉਣ ਦਾ ਹੱਕ ਹੈ ਉਹ ਲਿਮਿਟਿਡ ਸੀਗਾ, ਠੀਕ ਹੈ। ਤੀਸਰਾ ਸੈਚੂਰੇਟਰੀ ਕਮਿਸ਼ਨ ਫਸਟ ਟਾਈਮ ਕੇਮ ਇਨਟੂ ਪਿਕਚਰ। ਸੈਚੂਰੇਟਰੀ ਕਮਿਸ਼ਨ ਕਿਆ ਸੀਗਾ? ਦੇਖੋ ਹੁਣ ਅੱਜ ਤੱਕ ਇਹ ਚੀਜ਼ ਹੋਈ ਨਹੀਂ ਸੀਗੀ, 1919 ਦੇ ਕਾਨੂੰਨ ਦੇ ਰਾਹੀਂ ਹੀ ਹੋਈ ਸੀਗੀ ਕਿ ਪਹਿਲੀ ਵਾਰ ਜਿਹੜਾ ਹੈ ਕੋਈ ਐਨਾਲਿਸਿਸ ਹੋਊਗਾ ਜਿਹੜਾ ਐਕਟ ਬਣਿਆ ਉਹਦਾ, ਸਭ ਤੋਂ ਪਹਿਲਾਂ ਕਿ ਇਹ ਐਕਟ ਨੇ ਕੀ ਕੀ ਅਸਰ ਪਾਇਆ, ਕੀ ਕੀ ਚੇਂਜਿਸ ਲੈ ਕੇ ਆਏ, ਇਹ ਔਰ ਇਹਦੇ ਉੱਤੇ ਗੌਰ ਕੀਤਾ ਜਾਊਗਾ। ਇੱਕ ਹੋਰ ਕਮਿਸ਼ਨ ਆਊਗਾ ਜੋ ਇਹਦੀ ਰਿਪੋਰਟ ਬਣਾਊਗਾ, ਠੀਕ ਹੈ। ਉਹ ਉਸ ਕਮਿਸ਼ਨ ਨੂੰ ਆਪਾਂ ਕਹਿੰਦੇ ਸੀ ਸੈਚੂਟਰੀ ਕਮਿਸ਼ਨ, ਠੀਕ ਹੈ। ਔਰ ਇਹ ਕਿਹੜਾ ਕਮਿਸ਼ਨ ਸੀਗਾ? ਇਹ ਸੀਗਾ ਸਾਈਮਨ ਕਮਿਸ਼ਨ। ਮਤਲਬ ਜੋ ਇਹ ਕਾਨੂੰਨ ਨੇ ਬਦਲਾਵ ਲਿਆਏ, ਜੋ ਇਹਨਾਂ ਨੇ ਇੰਪਲੀਮੈਂਟੇਸ਼ਨਸ ਕੀਤੀਆਂ, ਇਹਦੀ ਇੱਕ ਰਿਪੋਰਟ ਬਣੂਗੀ ਔਰ ਉਹ ਰਿਪੋਰਟ ਜਿਹੜੀ ਸੀਗੀ ਉਹ ਸੈਚੂਟਰੀ ਕਮਿਸ਼ਨ ਬਣਾਊਗਾ। ਸੈਚੂਟਰੀ ਕਮਿਸ਼ਨ ਮਤਲਬ ਸਾਈਮਨ ਕਮਿਸ਼ਨ ਦੇ ਨਾਮ ਤੋਂ ਜਾਣਿਆ ਜਾਣ ਵਾਲਾ ਕਮਿਸ਼ਨ ਸੀਗਾ ਉਹ। ਹੁਣ ਇਸ ਦੇ ਅੰਦਰ ਕਿਆ ਸੀਗਾ ਸਾਈਮਨ ਕਮਿਸ਼ਨ ਦੇ ਅੰਦਰ, ਜਿਹਦਾ ਬਹੁਤ ਵੱਧ ਚੜ ਕੇ ਵਿਦਰੋਹ ਹੋਇਆ ਸੀ? ਕਿਉਂ ਹੋਇਆ ਸੀਗਾ ਕਿ ਇਸ 'ਚ 7 ਮੈਂਬਰ ਸੀਗੇ, ਸਾਰੇ ਹੀ ਵਾਈਟ ਸੀਗੇ। ਵਾਈਟ ਮਤਲਬ ਬ੍ਰਿਟਿਸ਼ ਸਰਕਾਰ ਦੇ ਹੀ ਸਾਰੇ ਲੋਕ ਸੀਗੇ। ਦੇਖੋ ਵਿਦਰੋਹ ਤਾਂ ਹੋਣਾ ਹੀ ਸੀਗਾ ਕਿਉਂਕਿ ਇਹ ਕਮਿਸ਼ਨ ਬਣਿਆ ਸੀਗਾ ਵਰਕਿੰਗ ਦੇਖਣ ਲਈ ਕਿ ਜਿਹੜਾ 1919 ਦਾ ਕਾਨੂੰਨ ਹੈ ਉਹਨੇ ਕੀ ਕੰਮ ਕੀਤਾ, ਕੀ ਚੇਂਜਿਸ ਲੈ ਕੇ ਆਏ, ਕੀ ਕੁਛ ਇੰਪਲੀਮੈਂਟ ਹੋਇਆ, ਕੀ ਨਹੀਂ ਹੋਇਆ, ਉਹਦਾ ਰਿਜ਼ਲਟ ਕੀ ਸੀ, ਬੇਸਿਕਲੀ ਉਹਨੇ ਉਹ ਦੇਖਣਾ ਸੀਗਾ। ਹੁਣ ਜੇ ਤੁਸੀਂ ਭਾਰਤ ਦੇ ਅੰਦਰ ਭਾਰਤੀਆਂ ਨੂੰ ਜਾਣਨਾ ਹੈ, ਉਹਨਾਂ ਦੇ ਵਿਚਾਰਧਾਰਾ ਦੇਖਣੀ ਹੈ, ਉਹਨਾਂ ਦੇ ਕਿਆ ਕਿਆ ਉਹਨਾਂ ਨੇ ਚੇਂਜਿਸ ਲੈ ਕੇ ਆਏ ਕਾਨੂੰਨ ਦੇ ਥਰੂ, ਕਿਆ ਉਹ ਸੈਟਿਸਫਾਈਡ ਨੇ ਜਾਂ ਜੋ ਵੀ ਹੈ ਉਹ ਚੀਜ਼ਾਂ ਤੁਸੀਂ ਦੇਖਣੀਆਂ ਨੇ। ਪਰ ਤੁਸੀਂ ਅੰਦਰ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਹੀ ਸਰਕਾਰ ਦੇ ਬੰਦੇ ਬਣਾ ਰਹੇ ਹੋ ਤਾਂ ਉਹਦਾ ਓਪੋਜੀਸ਼ਨ ਤਾਂ ਹੋਊਗਾ ਹੀ, ਕਿਉਂਕਿ ਉਹ ਟਰੂ ਰਿਪੋਰਟ ਤਾਂ ਦੇਣਗੇ ਨਹੀਂ, ਠੀਕ ਹੈ। ਇਸ ਲਈ ਓਪੋਜੀਸ਼ਨ ਹੋਇਆ ਸੀਗਾ। ਸਾਈਮਨ ਗੋ ਬੈਕ ਦੇ ਨਾਰੇ ਲੱਗੇ ਸੀਗੇ, ਤੁਸੀਂ ਆਹ ਫੋਟੋ ਵੀ ਦੇਖ ਸਕਦੇ ਹੋ। ਔਰ ਇਹਨਾਂ ਜਿਹੜੀ ਕਮਿਸ਼ਨ ਦੇ ਜਿਹੜੇ ਐਜੀਟੇਸ਼ਨ ਸੀਗੀ, ਇਸ ਦੇ ਲਾਠੀ ਚਾਰਜ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਡੈਥ ਹੋਈ ਸੀ, ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ। ਤੇ ਸਾਈਮਨ ਕਮਿਸ਼ਨ ਦਾ ਜਿਹੜਾ ਰਿਜ਼ਲਟ ਹੈ ਉਹ 3 ਟੇਬਲ ਕਾਨਫਰੰਸ ਸੀਗੀਆਂ ਜਿਹੜੀਆਂ
ਉਹ ਜਿਹੜੀ ਉਹਦੀ ਰਿਪੋਰਟ ਤੇ ਬੇਸ ਸੀਗੀਆਂ, ਠੀਕ ਹੈ। ਔਰ ਇਹਨਾਂ ਟੇਬਲ ਦੀਆਂ ਜਿਹੜੀਆਂ 3 ਰਾਊਂਡ ਟੇਬਲ ਦੀਆਂ ਰਿਜ਼ਲਟ ਸੀਗੇ, ਰਿਪੋਰਟ ਸੀਗੀਆਂ, ਉਹਨਾਂ ਦੇ ਉੱਪਰ ਹੀ ਗਵਰਨਮੈਂਟ ਆਫ ਇੰਡੀਆ ਐਕਟ 1935 ਬਣਿਆ ਸੀਗਾ, ਜਿਹਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। ਹੋਪ ਹੈ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਏ ਹੋਣਗੇ 1919 ਦੇ ਕਾਨੂੰਨ ਦੇ। ਇਹੀ ਸਿਰਫ ਇਹੀ ਜਿਹੜੇ ਮੈਂ ਪੁਆਇੰਟ ਤੁਹਾਨੂੰ ਕਰਵਾਏ ਨੇ ਇਹੀ ਇੰਪੋਰਟੈਂਟ ਨੇ, ਹੋਰ ਕੁਝ ਪੜ੍ਹਨ ਦੀ ਲੋੜ ਨਹੀਂ। ਇਹਨਾਂ ਵਿੱਚੋਂ ਹੀ ਕੁਐਸਚਨ ਆਊਗਾ ਤੇ ਅਗਲੀ ਵੀਡੀਓ 'ਚ ਆਪਾਂ ਮਿਲਦੇ ਹਾਂ। ਥੈਂਕ ਯੂ ਸੋ ਮਚ।